जय भीम जय भारत। भारत रत्न न्यूज़ देख रहे ਸਾਰੇ ਦਰਸ਼ਕਾਂ ਦਾ ਮੈਂ ਨਵਦੀਪ ਤੁਕੋਹਾ ਸਵਾਗਤ ਕਰਦਾ। ਤੇ ਸਾਥੀਓ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਕਿ ਹਰ ਵਾਰ ਤੁਹਾਡੇ ਨਾਲ ਇੱਕ ਨਵੇਂ ਚਿਹਰੇ ਦੀ ਮੁਲਾਕਾਤ ਕਰਾਈਦੀ ਆ। ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀ ਵਰਗ ਵਿੱਚੋਂ ਕਹੇ ਜਾਣ ਵਾਲੇ ਔਰ ਹਮੇਸ਼ਾ ਹੀ ਸਮਾਜ ਦੀ ਬਾਂਹ ਫੜਨ ਵਾਲੇ ਔਰ ਸਮਾਜ ਦੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਸਤਿਕਾਰਯੋਗ ਸਾਥੀ ਧਰਮਚੰਦ ਬੰਗੜ ਜੀ ਦੇ ਘਰੇ ਅਸੀਂ ਆਏ ਹਾਂ। ਬੰਗੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਤੇ ਅੱਜ ਅਸੀਂ ਬੰਗੜ ਸਾਹਿਬ ਨਾਲ ਚਰਚਾ ਕਰਾਂਗੇ ਸੰਵਿਧਾਨ ਦੇ ਉੱਤੇ ਔਰ ਅੱਜ ਦੇ ਕੁਝ ਭਖਤੇ ਹੋਏ ਮੁੱਦਿਆਂ ਦੇ ਉੱਤੇ। ਇਹ ਬੰਗੜ ਸਾਹਿਬ, ਜਿਹੜਾ ਸਭ ਤੋਂ ਪਹਿਲਾਂ ਇੱਕ ਸਵਾਲ ਉੱਠਦਾ ਕਿ ਸੰਵਿਧਾਨ ਹੈ ਕੀ, ਵੀ ਵਾਟ ਇਜ਼ ਕੌਂਸਟੀਟਿਊਸ਼ਨ, ਸੰਵਿਧਾਨ ਕੀ ਹੈ? ਆਮ ਲੋਕਾਂ ਦਾ ਜਿਹੜਾ ਇੱਕ ਕੁਐਸਚਨ ਹੁੰਦਾ ਆ, ਅਸੀਂ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਵੀ ਸੰਵਿਧਾਨ ਕੀ ਹੈ। ਭਾਰਤ ਰਤਨ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ। ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਰਤਨ ਨਿਊਜ਼ ਚੈਨਲ ਚੱਲਣ 'ਤੇ ਤੁਹਾਨੂੰ ਸਾਰਿਆਂ ਨੂੰ, ਜਿਹੜੇ ਪ੍ਰਯੋਜਕ ਨੇ, ਉਹਨਾਂ ਨੂੰ ਵਧਾਈ ਦਿੰਦਾ। ਵਿਜੇ ਝਾਮਣ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਜਿਹੜਾ ਜਿੱਥੇ ਤੱਕ ਇਹ ਕੁਐਸਚਨ ਦਾ ਸਵਾਲ ਹੈ, ਹਰ ਦੇਸ਼ ਦਾ ਆਪਣਾ ਲਾਅ ਆਫ ਲੈਂਡ ਹੁੰਦਾ। ਇੱਕ ਦੈਟ ਇਜ਼ ਬੇਸਿਕ, ਜਿਹਨੂੰ ਅਸੀਂ ਕਹਿੰਦੇ ਡਾਕੂਮੈਂਟ ਆਫ ਇੰਡੀਆ। ਸੰਵਿਧਾਨ ਲਾਅ ਆਫ ਲੈਂਡ ਹੈ ਔਰ ਇਹ ਸਮਾਜਿਕ ਜਿਹੜੀ ਸਰਕਾਰ ਦੀਆਂ ਜਿਹੜੀਆਂ ਵੀ ਅਵਸਥਾ ਸਟੇਟ ਨੂੰ ਚਲਾਉਣ ਲਈ, ਰੈਗੂਲੇਟ ਕਰਨ ਲਈ ਸਾਨੂੰ ਜਿਸ ਕਾਇਦੇ ਕਾਨੂੰਨ ਦੀ ਜ਼ਰੂਰਤ ਪੈਂਦੀ ਆ, ਅਸੀਂ ਉਹਨੂੰ ਸੰਵਿਧਾਨ ਕਹਿੰਦੇ ਹਾਂ। ਇਹ ਵਿਧਾਨ ਹੈ, ਕਾਨੂੰਨ ਹੈ, ਜਿਹੜਾ ਕਾਨੂੰਨਾਂ ਦਾ ਸੰਗ੍ਰਹਿ ਅਸੀਂ ਕੀਤਾ ਗਿਆ, ਉਹਨੂੰ ਅਸੀਂ ਸੰਵਿਧਾਨ ਕਹਿੰਦੇ ਹਾਂ। ਔਰ ਜਿਹੜਾ ਭਾਰਤ ਦਾ ਸੰਵਿਧਾਨ ਆ, ਲੌਂਗੈਸਟ ਰਿਟਨ ਡਾਕੂਮੈਂਟ ਆਫ ਦਾ ਵਰਲਡ ਹੈ। ਔਰ ਇਹ ਸਾਰੇ ਦੁਨੀਆ ਦੇ ਵਿੱਚ ਸਭ ਤੋਂ ਲੰਬਾ ਇੱਕ ਲਿਖਿਆ ਹੋਇਆ ਡਾਕੂਮੈਂਟ ਹੈ, ਜਿਹੜਾ ਸਾਨੂੰ ਲੈਜਿਸਲੇਟਿਵ, ਐਡਮਿਨਿਸਟ੍ਰੇਟਿਵ ਐਂਡ ਇਕਨੋਮਿਕ ਜਿਹੜੀ ਆ ਅਵਸਥਾ ਨੂੰ ਚਲਾਉਣ ਲਈ, ਉਹਨੂੰ ਰੈਗੂਲੇਟ ਕਰਨ ਲਈ ਜਿਹੜਾ ਅਸੀਂ ਵਿਧਾਨ, ਜਿਹੜਾ ਕਾਨੂੰਨ ਹੈ, ਅਸੀਂ ਉਹਨੂੰ ਸੰਵਿਧਾਨ ਕਹਿੰਦੇ ਹਾਂ। ਅਤੇ ਬੰਗੜ ਸਾਹਿਬ, ਆਮ ਤੌਰ 'ਤੇ ਹੀ ਜਿਹੜਾ ਸੰਵਿਧਾਨ ਦੇ ਉੱਤੇ ਸਵਾਲ ਜਾਂ ਨਿਸ਼ਾਨ ਖੜ੍ਹੇ ਹੁੰਦੇ ਆ। ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਆ ਕਿ ਸੰਵਿਧਾਨ ਕਾਪੀ ਕੀਤਾ ਹੋਇਆ ਆ, ਸੰਵਿਧਾਨ ਵੱਖ-ਵੱਖ ਦੇਸ਼ਾਂ ਤੋਂ ਚੱਕੀਆਂ ਹੋਈਆਂ ਆ, ਕੋਈ ਆਪਣਾ ਇਹਦੇ ਵਿੱਚ ਰੋਲ ਨਹੀਂ ਲੱਗ ਰਿਹਾ ਦੇਸ਼ ਦਾ। ਇਹ ਕੀ ਮਤਲਬ, ਇਹਨਾਂ ਦਾ ਕੀ ਮਤਲਬ ਸਮਝਿਆ ਜਾਵੇ? ਦੇਖੋ ਜੀ, ਦੱਸਿਆ ਇਹ ਜਾਂਦਾ, ਜਾਂ ਜਿਹੜੇ ਵੀ ਆਮ ਲੋਕ ਹੈ ਉਹ ਇਹੀ ਗੱਲ ਕਰਦੇ ਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ, 70% ਸੰਵਿਧਾਨ ਹੈ ਜਿਹੜਾ, ਇਹ ਬਾਕੀ ਸਟੇਟਸ ਜਿਹੜੀਆਂ ਨੇ, ਬਾਕੀ ਕੰਟਰੀਜ਼ ਨੇ, ਉਹਨਾਂ ਦੇ ਤੋਂ ਬੋਰੋ ਕੀਤਾ ਗਿਆ। ਪਰ ਜੇ ਤੁਸੀਂ ਐਕਚੁਅਲੀ ਦੇਖਿਆ ਜਾਵੇ, ਜਿਵੇਂ ਇਹ ਲੋਕ ਕਹਿੰਦੇ ਆ, ਜੇ ਮੈਂ ਮੰਨ ਲਾਂ ਵੀ 101 ਕੰਟਰੀ ਦਾ ਇਹ ਦੱਸ ਰਹੇ ਆ, ਜਿਹਦੇ 'ਚੋਂ ਅਸੀਂ ਜਰਮਨੀ, ਅਮਰੀਕਾ, ਇੰਗਲੈਂਡ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਉੱਥੋਂ ਇਹ ਸੰਵਿਧਾਨ ਦੀ, ਰੋਮ ਤੋਂ ਅਸੀਂ ਆਹ ਲਿਆ, ਇੰਗਲੈਂਡ ਤੋਂ ਆਹ ਲਿਆ, ਅਮਰੀਕਾ ਤੋਂ ਆਹ ਚੀਜ਼ ਲਈ ਆ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਿਹੜਾ ਵਿਜ਼ਨ ਸੀਗਾ, ਉਹ ਇੰਨਾ ਵੱਡਾ ਸੀ ਕਿ ਉਹਨਾਂ ਨੇ ਇਹ ਸਾਰੀ ਕੰਟਰੀਆਂ ਦੇ ਸੰਵਿਧਾਨ ਪੜ੍ਹੇ ਹੋਏ ਸਨ। ਹੁਣ ਇੱਕ ਇਨਸਾਨ ਹੈ, ਇੱਕ ਅਵਸਥਾ ਹੈ, ਜਿਹੜੀ ਸਮਾਜਿਕ ਅਵਸਥਾ ਕਹਿ ਲਓ, ਇਕਨੋਮਿਕ ਕਹਿ ਲਓ, ਲੈਜਿਸਲੇਟਿਵ ਅਵਸਥਾ ਕਹਿ ਲਓ, ਇਹਨੂੰ ਚਲਾਉਣ ਲਈ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੈ, ਇਨਸਾਨ ਦੀ ਜਿਹੜੀ ਫਿਤਰਤ ਅਸੀਂ ਜਿਹਨੂੰ ਕਹਿੰਦੇ ਹਾਂ ਜਾਂ ਸੁਭਾਅ ਕਹਿੰਦੇ ਹਾਂ, ਉਹ ਤਾਂ ਹਰ ਇੱਕ, ਚਾਹੇ ਕਿਸੇ ਜੇ ਹੱਦ ਦੇ ਵਿੱਚ ਵੱਜਿਆ ਨਹੀਂ ਹੁੰਦਾ, ਪਰ ਉਹ ਜਿਹੜੇ ਉਹਨੂੰ ਰੈਗੂਲੇਟ ਕਰਨ ਲਈ ਜਿਹੜੇ ਐਕਸਪੀਰੀਅੰਸ ਹੈ ਬੰਦੇ ਦੇ, ਜਾਂ ਕਾਨੂੰਨ ਚਾਹੀਦਾ ਜਾਂ ਲਾਅ ਚਾਹੀਦਾ, ਉਹ ਤਾਂ ਸੇਮ ਹੀ ਰਹੇਗਾ। ਬਿਲਕੁਲ। ਆਪਾਂ ਬਾਬਾ ਸਾਹਿਬ ਨੇ ਬੜੀ ਹੀ ਮਿਹਨਤ ਦੇ ਨਾਲ ਦਿਨ ਰਾਤ ਕਰਕੇ 2 ਸਾਲ 11 ਮਹੀਨੇ ਤੋਂ ਉੱਤੇ ਦਾ ਟਾਈਮ ਲਗਾ ਕੇ, 18 ਦਿਨ ਲਗਾ ਕੇ ਇਹ ਸੰਵਿਧਾਨ ਨੂੰ ਤਿਆਰ ਕੀਤਾ। ਔਰ ਉਹਨਾਂ ਨੇ ਸਾਰੀ ਮਿਹਨਤ ਭਾਰਤ ਦੀ ਜਿਹੋ ਜਿਹੀ ਅਵਸਥਾ ਸੀ, ਉਸ ਗਰਗ ਜਿਹੀ ਅਵਸਥਾ ਦੇ ਵਿੱਚੋਂ ਇੱਕ ਮਨੁੱਖਤਾ ਦੇ ਪਸ਼ੂਆਂ ਵਰਗੇ ਜੀਵਨ ਜੀਣ ਤੋਂ ਉਹਨਾਂ ਨੂੰ ਮਨੁੱਖ ਬਣਾਉਣ ਲਈ ਇਹ ਐਡੇ ਵੱਡਾ ਡਾਕੂਮੈਂਟ ਲਿਖਿਆ, ਇੰਨੀ ਮਿਹਨਤ ਕੀਤੀ, ਸੰਵਿਧਾਨ ਬਣਾਇਆ। ਔਰ ਉਹਨੂੰ ਕ੍ਰੈਡਿਟ ਦੇਣ ਦੀ ਬਜਾਏ ਆਪਾਂ ਇਹ ਕਹੀਏ ਕਿ ਇਹ ਸੰਵਿਧਾਨ ਅਸੀਂ ਬਾਹਰਲੀ ਕੰਟਰੀਆਂ ਤੋਂ ਬੋਰੋ ਕਰ ਲਿਆ। ਇਹ ਸਾਡੇ ਸੰਵਿਧਾਨ ਨਿਰਤਾਵਾਂ ਦੇ ਨਾਲ, ਔਰ ਜਿਹੜੀ ਸਾਡੀ ਕਾਂਸਟੀਟਿਊਐਂਟ ਅਸੈਂਬਲੀ ਸੀ, ਜਿਨ੍ਹਾਂ ਨੇ ਇਹ ਸੰਵਿਧਾਨ ਨੂੰ ਅਡੋਪਟ ਕੀਤਾ 26 ਨਵੰਬਰ 1949 ਨੂੰ,
ਉਹਨਾਂ ਦੇ ਨਾਲ ਇਹ ਬੇਇਨਸਾਫੀ ਹੋਵੇਗੀ ਇੱਕ ਤਰ੍ਹਾਂ ਦੀ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਸੰਵਿਧਾਨ ਬੋਰੋ ਕੀਤਾ ਗਿਆ ਇਹ ਬਿਲਕੁਲ ਬਾਬਾ ਸਾਹਿਬ ਨੇ ਦਿਨ ਰਾਤ ਮਿਹਨਤ ਕਰਕੇ ਭਾਰਤ ਦੀ ਸਾਰੀ ਅਵਸਥਾ ਨੂੰ ਸਮਝ ਕੇ ਔਰ ਜਿਹੜੀ ਫੋਰਨ ਕੰਟਰੀਆਂ ਦੇ ਵਿੱਚ ਜਿੱਥੇ ਉਹ ਪੜ੍ਹੇ ਸੀਗੇ ਉਹਨਾਂ ਦੀਆਂ ਅਵਸਥਾਵਾਂ ਨੂੰ ਸਮਝ ਕੇ ਬਾਕੀ ਕੰਟਰੀਆਂ ਦੇ ਕਾਨੂੰਨਾਂ ਨੂੰ ਪੜ੍ਹ ਕੇ ਔਰ ਉੱਥੇ ਦੇ ਜਿਹੜੇ ਪਿਛਲੇ ਹਾਲਾਤ ਹਿਸਟਰੀ ਨੂੰ ਜਾਣਦੇ ਹੋਏ ਇਹ ਭਾਰਤ ਨੂੰ ਇੱਕ ਅਨਮੁੱਲੀ ਦਾਤ ਦਿੱਤੀ ਹੈ। ਔਰ ਸਾਡੇ ਲੋਕਾਂ ਲਈ ਇਹ ਇੱਕ ਸਾਡੀ ਮੁਕਤੀ ਦਾ ਮਾਰਗ ਹੈ। ਇਹ ਸਾਨੂੰ ਟਿਕਟ ਦੇ ਕੇ ਗਏ ਆ ਵੀ ਤੁਹਾਡੀ ਇੱਥੋਂ ਮੁਕਤੀ ਹੋਣੀ ਆ। ਇਨਸਟੇਡ ਆਫ ਅਸੀਂ ਇਹਨਾਂ ਝਮੇਲਿਆਂ ਦੇ ਵਿੱਚ ਫਸੇ ਰਹੀਏ ਕਿ ਬੋਰੋ ਕੀਤਾ ਗਿਆ ਜਾਂ ਭਾਰਤ ਦੇ ਵਿੱਚ ਇਹਨੂੰ ਬਣਾਇਆ ਗਿਆ, ਸਾਨੂੰ ਜ਼ਰੂਰਤ ਹੈ ਇਹਨੂੰ ਅੱਛੀ ਤਰ੍ਹਾਂ ਪੜ੍ਹੀਏ ਔਰ ਇਹਦੇ ਉੱਤੇ ਅਮਲ ਕਰੀਏ। ਜਿੰਨਾ ਹੋ ਸਕੇ ਸਾਡਾ ਸਮਾਜ ਜਿਹੜਾ ਆ ਉਹਦੇ ਜਿਹੜੇ ਬੱਚੇ ਆ ਉਹਨਾਂ ਨੂੰ ਤੰਦਰੁਸਤੀ ਵੱਲ ਲੈ ਕੇ ਜਾਈਏ, ਉਹਨਾਂ ਨੂੰ ਸੰਡੋਲ ਬਣਾਈਏ ਔਰ ਉਹ ਜਦੋਂ ਸੰਡੋਲ ਹੋਣਗੇ ਉਹਨਾਂ ਦੀ ਬੁੱਕ ਪੜ੍ਹਨ ਦੇ ਵਿੱਚ ਔਰ ਦੂਸਰੀ ਪੜ੍ਹਾਈ ਦੇ ਵਿੱਚ ਵਿਸ਼ਵਾਸ ਵਧੇਗਾ ਔਰ ਉਹ ਬੱਚਿਆਂ ਨੂੰ ਅਸੀਂ ਇਹ ਕਾਨਸਟੀਟਿਊਸ਼ਨ ਵੱਲ ਵੀ ਲੈ ਕੇ ਜਾਈਏ ਕਿ ਇਹਨੂੰ ਪੜ੍ਹੀਏ। ਸਾਡੀ ਮੁਕਤੀ ਦਾ ਮਾਰਗ ਔਰ ਸਾਡਾ ਸੁਖੀ ਜੀਵਨ ਦਾ ਜਿਹੜਾ ਪ੍ਰਤੀਕ ਆ ਉਹ ਸੰਵਿਧਾਨ ਆ, ਇਹਨੂੰ ਪੜ੍ਹਨਾ ਅਤੀ ਜ਼ਰੂਰੀ ਹੈ ਔਰ ਇਹੋ ਜਿਹੀਆਂ ਜਿਹੜੀ ਕੰਟਰੋਵਰਸੀਜ਼ ਆ ਇਹ ਤੋਂ ਬਚ ਕੇ ਰਹਿਣਾ ਚਾਹੀਦਾ। ਤੇ ਵੈਸੇ ਮੈਂ ਤੁਹਾਡੀ ਗੱਲ ਨਾਲ ਇੱਕ ਨਾਲ ਸਹਿਮਤ ਵੀ ਹਾਂ ਕਿ ਜੇਕਰ ਮੰਨ ਲਓ ਕਿਸੇ ਦੀਆਂ ਜੇ ਚੰਗੀਆਂ ਆਦਤਾਂ ਆ ਆਪਾਂ ਅਡੋਪਟ ਕਰ ਲੈਂਦੇ ਹਾਂ, ਇਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਆ। ਜੇਕਰ ਸੰਵਿਧਾਨ ਦੀਆਂ ਗੱਲਾਂ ਕੁਛ ਬਾਹਰੋਂ ਲਈਆਂ ਵੀ ਗਈਆਂ ਆ, ਬੋਰੋ ਵੀ ਕੀਤੀਆਂ ਗਈਆਂ, ਇਹਦੇ ਵਿੱਚ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ। ਔਰ ਤੁਹਾਡੀ ਗੱਲ ਨਾਲ ਸਹਿਮਤ ਹਾਂ। ਹੁਣ ਕੁਝ ਆਮ ਸਵਾਲਾਂ 'ਤੇ ਆਉਂਦੇ ਆ। ਇਹ ਬਾਬਾ ਸਾਹਿਬ ਅੰਬੇਡਕਰ ਉਹਨਾਂ ਨੂੰ ਇੱਕ ਜਾਤੀਵਾਦ ਦਾ ਕੌੜਾ ਘੁੱਟ ਭਰਨਾ ਪਿਆ। ਜਨਮ ਤੋਂ ਲੈ ਕੇ ਉਹਨਾਂ ਦੇ ਜਦੋਂ ਮੌਤ ਦੇ ਸਮੇਂ ਤੱਕ ਵੀ ਉਹ ਜਾਤੀਵਾਦ ਨਾਲ ਜੂਝਦੇ ਗਏ। ਅਤੇ ਅੱਜ ਜਿਹੜਾ ਸਮਾਜ ਆ ਕੀ ਆਪਾਂ ਸਮਝ ਸਕਦੇ ਹਾਂ ਕਿ ਜਾਤੀਵਾਦ ਦੇ ਜਿਹੜਾ ਜ਼ਹਿਰ ਆ ਉਹਦੇ ਤੋਂ ਮੁਕਤ ਹੋ ਚੁੱਕਾ ਆ ਜਾਂ ਆਉਣ ਵਾਲੇ ਸਮੇਂ 'ਚ ਹੋ ਸਕਦਾ? ਭਾਰਤ ਦੇ ਵਿੱਚ ਇਹ ਸਾਡਾ ਦੁਖਾਂਤ ਰਿਹਾ ਕਿ ਅਸੀਂ ਜਿਹੜੀ ਗੈਰ ਬਰਾਬਰਤਾ ਵਾਲੀ ਸਮਾਜਿਕ ਅਵਸਥਾ ਹੈ ਉਹਦੇ ਸ਼ਿਕਾਰ ਰਹੇ ਹਾਂ ਔਰ ਜਿਹੜੀ ਇੱਕ ਅਨਟੱਚੇਬਿਲਿਟੀ ਸੀ ਉਹਦਾ ਜਿਹੜਾ ਸਭ ਤੋਂ ਬੁਰਾ ਐਕਸਪੀਰੀਅੰਸ ਸੀਗਾ ਜਾਂ ਤਜਰਬਾ ਸੀ ਉਹ ਬਾਬਾ ਸਾਹਿਬ ਨੇ ਆਪਣੇ ਤਨ 'ਤੇ ਆਪਣੇ ਮਨ 'ਤੇ ਹੰਡਾਇਆ, ਜਿਹਦੇ ਕਰਕੇ ਬਾਬਾ ਸਾਹਿਬ ਨੂੰ ਇੱਕ ਬਹੁਤ ਮਾਨਸਿਕ ਤੌਰ 'ਤੇ ਸੱਟ ਵੱਜੀ ਔਰ ਬਾਬਾ ਸਾਹਿਬ ਨੇ ਪ੍ਰਣ ਲੈ ਲਿਆ ਸੀਗਾ ਉਸੇ ਵਕਤ ਕਿ ਵੀ ਮੈਂ ਇਹ ਜਿਹੜੇ ਭਾਰਤ ਦੇ ਜਿਹੜੇ ਲੋਕ ਆ ਜਿਹੜੇ ਪਸ਼ੂਆਂ ਤੋਂ ਵੀ ਬੱਤਰ ਜ਼ਿੰਦਗੀ ਜੀ ਰਹੇ ਆ, ਜਿਨ੍ਹਾਂ ਨੂੰ ਇੱਕ ਅਛੂਤ ਅਨਟੱਚੇਬਲ ਬਣਾ ਕੇ ਰੱਖਿਆ ਹੋਇਆ ਕਿ ਵੀ ਮੈਂ ਇਹਨਾਂ ਨੂੰ ਇਸ ਗਰਕ ਦੇ ਵਿੱਚੋਂ ਕੱਢ ਕੇ ਜਾਵਾਂਗਾ, ਇਹਨਾਂ ਨੂੰ ਪਸ਼ੂਆਂ ਤੋਂ ਮੈਂ ਇਨਸਾਨ ਵਾਲੀ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਕਰਕੇ ਜਾਵਾਂਗਾ। ਔਰ ਇਸੇ ਕਰਕੇ ਬਾਬਾ ਸਾਹਿਬ ਨੇ ਇਹ ਇੱਕ ਜਿਹੜੀ ਇਹਦੀ ਜੜ ਸੀ ਪਖੰਡਵਾਦ ਵਿੱਚ ਧਾਰਮਿਕ ਅਵਸਥਾ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਨੀਚ ਬਣਾਇਆ ਗਿਆ, ਅਛੂਤ ਬਣਾਇਆ ਗਿਆ ਔਰ ਉਹਨਾਂ ਨੇ ਇਹ ਪਖੰਡਵਾਦ ਤੋਂ ਸਾਡੇ ਬਹੁਜਨ ਸਮਾਜ ਨੂੰ ਮੁਕਤੀ ਦੇਣ ਲਈ ਇੱਕ ਮਾਰਗਦਰਸ਼ਨ ਸਾਨੂੰ ਕੀਤਾ। ਹੁਣ ਅਸੀਂ ਬਾਬਾ ਸਾਹਿਬ ਜਿਹੜੇ ਆ ਉਹ ਸਾਡੇ ਇੱਕ ਸਾਡੇ ਫਿਲਾਸਫਰ ਨੇ, ਅਸੀਂ ਉਹਨਾਂ ਨੂੰ ਫੋਲੋ ਕਰਨਾ, ਅਸੀਂ ਉਹਨਾਂ ਦੇ ਪੈਰੋਕਾਰ ਬਣਨਾ, ਉਹਨਾਂ ਦੇ ਚੇਲੇ ਨਹੀਂ ਬਣਨਾ, ਉਹਨਾਂ ਦੇ ਸੇਵਕ ਨਹੀਂ ਬਣਨਾ। ਜੇ ਅਸੀਂ ਪੈਰੋਕਾਰ ਬਣਨਾ ਤੇ ਬਾਬਾ ਸਾਹਿਬ ਦਾ ਜਿਹੜਾ ਫਲਸਫਾ ਆ, ਜਿਹੜੀ ਉਹਦੀਆਂ ਸਿੱਖਿਆਵਾਂ ਆ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨੀਆਂ ਪੈਣਗੀਆਂ। ਉਹ ਸਾਨੂੰ ਜੀਵਨ ਜਿਉਣਾ ਪੈਣਾ ਇੱਕ ਅੰਬੇਦਕਰਿਜ਼ਮ ਦਾ, ਨਾ ਕਿ ਇੱਕ ਅੰਬੇਦਕਰਿਜ਼ਮ ਦੇ ਜੈਕਾਰੇ ਨਾਅਰੇ ਲਗਾਉਣੇ ਪੈਣੇ ਆ ਜਾਂ ਅਸੀਂ ਬਾਬਾ ਸਾਹਿਬ ਨੂੰ ਪੂਜਣਾ ਸ਼ੁਰੂ ਕਰ ਦਈਏ। ਉਹ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਣਾ ਪੈਣਾ। ਸਾਡੇ ਜੀਵਨ ਦੀ ਪੱਧਰ ਤੋਂ ਪਤਾ ਲੱਗਣਾ ਚਾਹੀਦਾ ਕਿ ਅਸੀਂ ਅੰਬੇਦਕਰਵਾਦੀ ਹਾਂ, ਨਾ ਕਿ ਅਸੀਂ ਆਪਣੇ ਨਾਂ ਨਾਲ ਲਿਖਾਣ ਨਾਲ ਸਾਡਾ ਪਤਾ ਲੱਗੇ ਜਾਂ ਨਾਅਰੇ ਜੈਕਾਰਿਆਂ ਨਾਲ ਪਤਾ ਲੱਗੇ। ਇਸ ਕਰਕੇ ਉਹ ਜਿਹੜਾ ਤਨ 'ਤੇ ਉਹਨਾਂ ਨੇ ਹੰਡਾਇਆ ਆ, ਉਹ ਤੋਂ ਬਾਅਦ ਜਿਹੜੀ ਉਹਨਾਂ ਨੇ ਘਾਲਣਾ ਘਾਲੀ ਆ ਔਰ ਜਿਹੜੀ ਅਵਸਥਾ ਤੱਕ ਸਾਨੂੰ ਲੈ ਕੇ ਗਏ ਆ, ਜਿਹੜੇ ਹੱਕ ਸਾਨੂੰ ਲੈ ਕੇ ਦੇ ਕੇ ਗਏ ਆ, ਉਹ ਸਾਨੂੰ ਸੰਭਾਲਣ ਦਾ ਹੁਣ ਵਕਤ ਆ ਗਿਆ। ਸਾਨੂੰ ਸਭ ਨੂੰ ਸੰਭਾਲਣੇ ਚਾਹੀਦੇ ਆ, ਨਹੀਂ ਤਾਂ ਆਉਣ ਵਾਲੀ ਸਾਨੂੰ ਪੀੜ੍ਹੀ ਪੁੱਛੇਗੀ ਵੀ ਜਿਹੜੇ ਹੱਕ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਸੀ ਤੁਸੀਂ ਕਿਉਂ ਨਹੀਂ ਸੰਭਾਲੇ। ਇਹ ਬੰਗੜ ਸਾਹਿਬ ਇੱਕ ਸਵਾਲ ਆਮ ਤੌਰ 'ਤੇ ਆਉਂਦਾ ਵੀ ਜਿਹੜੀ ਰਿਜ਼ਰਵੇਸ਼ਨ ਆ, ਰਾਖਵਾਂਕਰਨ ਹੈ ਜਿਹਨੂੰ ਆਪਾਂ ਆਰਕਸ਼ਣ ਦੇ ਨਾਮ ਤੋਂ ਜਾਣਦੇ ਹਾਂ, ਇਹ 10 ਸਾਲਾਂ ਦੇ ਲਈ ਇਹਦਾ ਪ੍ਰੋਵੀਜ਼ਨ ਕੀਤੀ ਗਈ ਸੀਗੀ। ਬਹੁਤ ਸਵਾਲ ਉੱਠਦੇ ਆ ਕਿ ਹੁਣ ਇਹਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਜਿਹੜਾ ਖਾਸ ਤੌਰ 'ਤੇ ਇਹ ਅਪਰ ਕਾਸਟ ਸਮਾਜ ਆ, ਜਿਨ੍ਹਾਂ ਨੂੰ ਕਿ ਜਿਹੜੇ ਇਹ ਸ਼ਡਿਊਲ ਕਾਸਟ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਸਾਡਾ ਘਾਣ ਕੀਤਾ ਆ ਉਹੀ ਅੱਜ ਕਹਿ ਰਹੇ ਆ ਕਿ ਜਿਹੜਾ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇ। ਕੀ ਵਾਕਿਆ ਹੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਵੀ 10 ਸਾਲ ਹੀ ਕੀਤਾ ਗਿਆ ਸੀ ਜਾਂ ਇਹਦੀ ਪ੍ਰੋਵੀਜ਼ਨ ਹੁਣ ਖਤਮ ਹੋ ਜਾਣੀ ਚਾਹੀਦੀ ਆ? ਇਹਦੇ ਲਈ ਨਾ ਸਾਨੂੰ ਪੂਨਾ ਪੈਕਟ ਪੜ੍ਹਨਾ ਪੈਣਾ। ਜੀ,
ਜੋ ਜਰਬੜਾ ਜੇਲ੍ਹ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਦਾ ਇੱਕ ਮੋਹਨਦਾਸ ਕਰਮਚੰਦ ਗਾਂਧੀ ਦੇ ਨਾਲ ਹੋਇਆ ਸੀ। ਜਦੋਂ ਕਮਿਊਨਲ ਅਵਾਰਡ ਕੈਨੇਡੀ ਜਿਹੜਾ ਉਸ ਵਕਤ ਦਾ ਪ੍ਰਾਈਮ ਮਿਨਿਸਟਰ ਸੀ ਬ੍ਰਿਟਿਸ਼ ਦਾ, ਇੰਗਲੈਂਡ ਦਾ, ਉਹਨੇ ਕਮਿਊਨਲ ਅਵਾਰਡ ਸਾਨੂੰ ਦਿੱਤਾ। ਉਹਦੇ ਵਿਰੋਧ ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਜਰਬੜਾ ਜੇਲ੍ਹ ਦੇ ਵਿੱਚ ਜਾ ਕੇ ਮਰਨ ਵਰਤ ਰੱਖ ਲਿਆ ਕਿ ਉਹ ਚਾਹੁੰਦਾ ਸੀ ਕਿ ਮੈਂ ਭਾਰਤ ਦੇ ਅਛੂਤਾਂ ਨੂੰ, ਦਲਿਤਾਂ ਨੂੰ ਇਹ ਅਵਾਰਡ ਦਾ ਜਿਹੜਾ ਬੈਨੀਫਿਟ ਲੈਣ ਨਹੀਂ ਦੇਣਾ। ਉਸ ਵਕਤ ਜਿਹੜਾ ਜਿਹਨੂੰ ਅਸੀਂ ਰੈਜ਼ਰਵੇਸ਼ਨ ਕਹਿੰਦੇ ਆ, ਇਟ ਇਜ਼ ਨਾਟ ਰੈਜ਼ਰਵੇਸ਼ਨ, ਇਟ ਇਜ਼ ਪਾਰਟਿਸਿਪੇਸ਼ਨ, ਰਿਪਰਜੈਂਟੇਸ਼ਨ ਇਹਨੂੰ ਕਹਿੰਦੇ ਪਾਰਟਿਸਿਪੇਸ਼ਨ ਇਨ ਦਾ ਡਿਵੈਲਪਮੈਂਟ ਆਫ ਆਵਰ ਕੰਟਰੀ, ਆਫ ਦਾ ਡਾਊਨ ਟ੍ਰੋਡਨ ਪੀਪਲ ਹੂ ਹੈਜ਼ ਬੀਨ ਡਿਪਰਾਈਵਡ ਫਰੋਮ ਦਾ ਫੰਡਾਮੈਂਟਲ ਰਾਈਟਸ ਫॉर ਅ ਲੌਂਗ ਟਾਈਮ, ਜਿਨ੍ਹਾਂ ਨੂੰ ਅਸੀਂ ਐਜੂਕੇਸ਼ਨ ਤੋਂ, ਉਹਨਾਂ ਨੂੰ ਆਰਥਿਕ ਜਿਹੜੀ ਅਵਸਥਾ ਤੋਂ, ਧਾਰਮਿਕ ਆਜ਼ਾਦੀ ਤੋਂ, ਆਰਥਿਕ ਆਜ਼ਾਦੀ ਤੋਂ, ਸਮਾਜਿਕ ਆਜ਼ਾਦੀ ਤੋਂ ਕਈ ਸਦੀਆਂ, ਹਜ਼ਾਰਾਂ ਸਾਲ ਦੂਰ ਰੱਖਿਆ। ਉਹ ਲੋਕਾਂ ਦੀ ਜਿਹੜੀ ਪਾਰਟਿਸਿਪੇਸ਼ਨ ਸੀ, ਉਹਨਾਂ ਦੀ ਜਿਹੜੀ ਅਸੀਂ ਕੰਟਰੀਬਿਊਸ਼ਨ ਆ ਟੁਵਰਡਸ ਦਾ ਡਿਵੈਲਪਮੈਂਟ ਆਫ ਆਵਰ ਕੰਟਰੀ, ਉਹ ਜ਼ਰੂਰੀ ਸੀ। ਹੁਣ ਕਈ ਲੋਕ ਇਹ ਕਹਿੰਦੇ ਵੀ ਰੈਜ਼ਰਵੇਸ਼ਨ ਜਿਹੜੀ ਹੈ ਇਹ 10 ਸਾਲ ਲਈ ਸੀ। ਜਿਹੜੀ ਰੈਜ਼ਰਵੇਸ਼ਨ 10 ਸਾਲ ਦਾ ਕੰਟਰੈਕਟ ਹੋਇਆ ਸੀਗਾ ਪੂਨਾ ਪੈਕਟ ਦੇ ਵਿੱਚ, ਉਹ ਹੋਇਆ ਸੀ ਪੋਲੀਟੀਕਲ ਰੈਜ਼ਰਵੇਸ਼ਨ, ਓਕੇ, ਓਨਲੀ ਪੋਲੀਟੀਕਲ ਰੈਜ਼ਰਵੇਸ਼ਨ। ਉਹਨਾਂ ਨੇ ਕਿਹਾ ਵੀ ਜਿਹੜੀ ਪੋਲੀਟੀਕਲ ਰੈਜ਼ਰਵੇਸ਼ਨ ਹੈ ਇਹ 10 ਸਾਲ ਲਈ ਦੇ ਦਿੱਤੀ ਜਾਵੇ ਔਰ 10 ਸਾਲ ਦੇ ਬਾਅਦ ਇਹਦਾ ਰਿਵਿਊ ਕੀਤਾ ਜਾਵੇ। ਜੇ ਲੋੜ ਪਏਗੀ ਤਾਂ ਇਹਨੂੰ ਐਕਸਟੈਂਡ ਕਰ ਦਿੱਤਾ ਜਾਵੇ, ਜੇ ਨਹੀਂ ਲੋੜ ਪੈਂਦੀ ਤਾਂ ਇਹਨੂੰ ਐਕਸਟੈਂਡ ਕਰਨ ਦੀ ਲੋੜ ਨਹੀਂ ਹੈਗੀ। ਪਰ ਜਿਹੜੀ ਰੈਜ਼ਰਵੇਸ਼ਨ, ਜਿਹੜੀ ਸਾਡੀ ਰਿਪਰਜੈਂਟੇਸ਼ਨ ਇਹ ਨੌਕਰੀਆਂ ਦੇ ਵਿੱਚ ਸੀਗੀ, ਭਾਰਤ ਦੀ ਡਿਵੈਲਪਮੈਂਟ ਵਿੱਚ ਅਸੀਂ ਕਹਿ ਸਕਦੇ ਹਾਂ, ਉਹ 10 ਸਾਲ ਲਈ ਨਹੀਂ ਸੀ। ਉਹਦੇ ਲਈ ਕੋਈ ਪੀਰੀਅਡ ਡਿਸਕ੍ਰਾਈਬ ਨਹੀਂ ਕੀਤਾ ਸੀਗਾ। ਇਹ ਆਪਣੇ ਮਨ 'ਚੋਂ ਭਰ ਭੁਲੇਖਾ ਸਾਨੂੰ ਕੱਢ ਦੇਣਾ ਚਾਹੀਦਾ। ਵੈਸੇ ਜਿਹੜੀ ਗੱਲ ਦੇਖਿਆ ਜਾਵੇ, ਤੁਸੀਂ ਗੱਲ ਕਰ ਰਹੇ ਹੋ ਜਿਹੜੀ ਆਰਟੀਕਲ ਅੰਡਰ 16 ਦੇ ਆਉਂਦੀ ਆ, ਜਿਹੜੀ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਹੈਗੀ ਆ, ਉਹ ਤਾਂ ਇੱਕ ਫੰਡਾਮੈਂਟਲ ਰਾਈਟ ਬਣ ਗਿਆ। ਫਿਰ ਫੰਡਾਮੈਂਟਲ ਰਾਈਟ ਜਿਹੜੀ ਤਾਂ ਇਨੀਸ਼ੀਅਲ ਜਿਹੜੀ 16 ਦੇ ਵਿੱਚ ਉਹਨੇ ਦੱਸਿਆ, 16 ਦੇ ਵਿੱਚ ਸਿੰਪਲ ਇਹ ਲਿਖਿਆ ਜਿੱਦਾਂ 14 ਦੇ ਵਿੱਚ ਆਪਾਂ ਲਿਖਦੇ ਹਾਂ ਵੀ ਫਰੀਡਮ, ਰਾਈਟ ਟੂ ਇਕੁਅਲਿਟੀ, ਸਾਨੂੰ ਆਫ ਸਟੇਟਸ ਐਂਡ ਓਪਰਚੁਨਿਟੀਜ਼। ਉਹ 14 ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਹਰ ਇੱਕ ਭਾਰਤ ਦੇ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਹੈ, ਆਫ ਸਟੇਟਸ, ਉਹਦਾ ਜਿਹੜਾ ਸਟੇਟਸ ਆ ਉਹਦੇ ਵਿੱਚ, ਤੇ ਓਪਰਚੁਨਿਟੀਜ਼, ਉਹਨੂੰ ਜਿਹੜੇ ਮੌਕੇ ਮਿਲਣੇ ਚਾਹੀਦੇ ਨੌਕਰੀਆਂ ਦੇ ਵਿੱਚ ਜੀ। ਪਰ 16 ਦੇ ਵਿੱਚ ਉਹਨੇ ਜਾ ਕੇ ਡਿਸਕ੍ਰਾਈਬ ਕੀਤਾ ਵੀ ਦੇਅਰ ਇਜ਼ ਜਿਹੜਾ ਰਾਈਟ ਆਫ ਇਕੁਅਲਿਟੀ ਹੈ, ਆਫ ਸਟੇਟਸ ਐਂਡ ਓਪਰਚੁਨਿਟੀਜ਼। ਪਰ ਜਿਹੜੇ ਲੋਕ ਪਛੜੇ ਹੋਏ ਆ, ਜਿਹੜੇ ਡਾਊਨ ਟ੍ਰੋਡਨ ਪੀਪਲ ਆ, ਜਿਹੜੇ SC ST ਉਹਦੇ ਨਾਲ ਸੰਬੰਧ ਰੱਖਦੇ ਆ, ਜਿਨ੍ਹਾਂ ਨੇ ਇਹ ਇੰਨਾ ਜਿਹੜਾ ਸੰਤਾਪ ਆਪਣੇ ਤਨ ਦੇ ਉੱਤੇ ਹੰਢਾਇਆ, ਜਿਹੜਾ ਪਛੜ ਗਏ ਆ ਐਜੂਕੇਸ਼ਨ ਦੇ ਪੱਖੋਂ, ਆਰਥਿਕ ਪੱਖੋਂ, ਸਮਾਜਿਕ ਪੱਖੋਂ, ਉਹਨਾਂ ਨੂੰ ਬਰਾਬਰ ਕਰਨੇ ਲਈ ਉਹਨਾਂ ਲਈ ਸਰਕਾਰ ਸਪੈਸ਼ਲ ਪ੍ਰੋਵੀਜ਼ਨਸ ਕਰ ਸਕਦੀ ਹੈ। ਰੋਕਿਆ ਨਹੀਂ ਜਾ ਸਕਦਾ। ਉਹਨਾਂ ਨੂੰ ਜਾਤ ਪਾਤ ਦੇ ਬੇਸ ਤੇ ਜਿਹੜੀ ਆ ਉਹ ਰੈਜ਼ਰਵੇਸ਼ਨ ਮਿਲ ਸਕਦੀ ਹੈ। ਪਰ ਉਹ ਜਿਵੇਂ ਕਿ ਉਹਦੇ ਵਿੱਚ ਲਿਖਿਆ ਸੀ, ਇਹ ਰਿਸਪੈਕਟ ਆਫ ਰਿਲੀਜਨ, ਕਾਸਟ, ਰੀਜ਼ਨ, ਕਲਰ, ਰੇਸ, ਇਹਦੇ ਬੇਸ ਤੇ ਕਿਸੇ ਦੇ ਨਾਲ ਕੋਈ ਭਿੰਨ ਭਾਤ ਨਹੀਂ ਕੀਤਾ ਜਾ ਸਕਦਾ, ਕਿਸੇ ਨੂੰ ਸਪੈਸ਼ਲ ਕੋਈ ਉਹ ਨਹੀਂ ਦਿੱਤਾ ਜਾ ਸਕਦਾ। ਪਰ ਆਰਟੀਕਲ 16 ਦੇ ਵਿੱਚ ਜਾ ਕੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਜਿਹੜੇ ਲੋਕ ਨੇ, ਜਿਹੜੇ ਸਦੀਆਂ ਤੋਂ ਸਮਾਜਿਕ, ਆਰਥਿਕ ਔਰ ਰਾਜਨੀਤਿਕ ਤੌਰ ਤੇ ਪਛੜੇ ਹੋਏ ਨੇ, ਇਹਨਾਂ ਲਈ ਸਰਕਾਰ ਇਹਨਾਂ ਨੂੰ ਮਤਲਬ ਨਾਲ ਰਲਾਉਣ ਲਈ ਸਪੈਸ਼ਲ ਪ੍ਰੋਵੀਜ਼ਨਸ ਕਰ ਸਕਦੀ ਆ ਔਰ ਇਹਨਾਂ ਨੂੰ ਰੈਜ਼ਰਵੇਸ਼ਨ ਦੇ ਸਕਦੀ ਹੈ। ਓਕੇ, ਤੇ ਇਹ ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਇਹਨੂੰ ਸਮਾਜਿਕ ਜਿਹੜਾ ਭੇਦਭਾਵ ਨਾ ਸਮਝਿਆ ਜਾਵੇ। ਇਹ ਜਿਹੜਾ ਇੱਕ ਪ੍ਰੋਵੀਜ਼ਨ ਜਿਹੜੀ ਆ ਉਹਦੇ ਵਿੱਚ ਆਰਟੀਕਲ 16 ਦੇ ਦੌਰਾਨ ਜਸਟੀਫਾਈ ਕਰਦਾ। ਤੇ ਬੰਗੜ ਸਾਹਿਬ, ਅੱਜ ਇੱਕ ਜਿਹੜਾ ਵਿਅਕਤੀਗਤ ਆਜ਼ਾਦੀ ਦੀ ਗੱਲ ਆਪਾਂ ਕਰਦੇ ਹਾਂ ਜਾਂ ਫਰੀਡਮ ਆਫ ਸਪੀਚ ਦੀ ਗੱਲ ਮਾੜੀ ਜਿਹੀ ਲੈ ਲਈਏ, ਤਾਂ ਪਿੱਛੇ ਜੇ ਇੱਕ ਸੌਂਗ ਆਇਆ ਮੇਰਾ ਕੀ ਕਸੂਰ, ਰਣਜੀਤ ਬਾਵਾ ਜੀ ਨੇ ਉਹ ਗਾਇਆ ਤੇ ਵੀਰ ਸਿੰਘ ਜੀ ਨੇ ਉਹਨੂੰ ਲਿਖਿਆ ਸੀਗਾ, ਪਰੰਤੂ ਬਹੁਤ ਵੱਡਾ ਇੱਕ ਨੈਰੇਟਿਵ ਕ੍ਰੀਏਟ ਹੋ ਗਿਆ ਕਿ ਜੀ ਇਹ ਇੱਕ ਧਰਮ ਦੇ ਖਿਲਾਫ ਗੱਲ ਹੋ ਗਈ ਆ, ਤੇ ਬਹੁਤ ਸਾਰੇ ਲੋਕ ਪੱਖ 'ਚ ਵੀ ਸੀਗੇ, ਬਹੁਤ ਲੋਕ ਵਿਪਕਸ਼ ਵਿੱਚ ਵੀ ਸੀਗੇ, ਪਰੰਤੂ ਅਸਲ ਮਾਇਨੇ 'ਚ ਸਮਝ ਨਹੀਂ ਆਈ ਲੋਕਾਂ ਨੂੰ ਵੀ ਇਹ ਹੋਇਆ ਕੀ। ਜੇ ਦੇਖੋ, ਇਹ ਇੱਕ ਹੈ ਕਿ ਸਪੈਸੀਫਿਕ ਮੁੱਦਾ, ਇਹਦੇ 'ਤੇ ਟਿੱਪਣੀ ਕਰਨੀ ਜਿਹੜੀ ਹੈ ਇਸ ਹਾਲਾਤਾਂ ਦੇ ਵਿੱਚ ਉੱਦਾਂ ਜਸਟੀਫਾਈਡ ਵੀ ਨਹੀਂ ਹੈ। ਆਪਾਂ ਇੱਕ ਜਨਰਲ ਜੇ ਆਰਟੀਕਲ 19 ਨੂੰ ਦੇਖਦੇ ਹਾਂ, ਆਰਟੀਕਲ 19 ਸਾਨੂੰ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਆਫ ਆਵਰ ਥਾਟਸ, ਉਹ ਜਿਹੜੀ ਫਰੀਡਮ ਆਫ ਥਾਟਸ, ਫੇਥ, ਬਲੀਫ,
ਐਂਡ ਵਰਸ਼ਿਪ ਉਹ ਸਾਨੂੰ ਦਿੰਦਾ। ਇਹਦੇ ਦੋ ਤਰੀਕੇ ਨੇ। ਇੱਕ ਤਾਂ ਜਦੋਂ ਵੀ 295 ਜਿਹਨੂੰ ਅਸੀਂ ਕਹਿੰਦੇ ਆ ਵੀ ਜਦੋਂ ਇਦਾਂ ਦਾ ਕੋਈ ਗੀਤ ਆਉਂਦਾ ਜਾਂ ਕੋਈ ਇਹੋ ਜਿਹੀ ਸਪੀਚ ਕਰ ਦਿੰਦਾ ਜਾਂ ਲਿਖ ਕੇ ਕਰ ਦਿੰਦਾ ਜਾਂ ਸੰਕੇਤਕ ਤੌਰ 'ਤੇ ਕਰਦਾ, ਉਹ ਜਿਹੜੀ ਉਹ ਚੀਜ਼ ਨੂੰ ਮੰਨਿਆ ਜਾਂਦਾ। ਉਹ 295 ਇਹਦੇ ਵਿੱਚ ਤਾਂ ਆਏਗੀ ਜੇ ਕਿਸੇ ਸਮੁਦਾਇ ਜਾਂ ਕਿਸੇ ਧਰਮ ਦੀਆਂ ਧਾਰਮਿਕ ਭਾਵਨਾ ਨੂੰ ਭੜਕਾਇਆ ਜਾਵੇ। ਹੁਣ ਜੇ ਮੈਂ ਕਹਾਂ ਇੱਕ ਇੰਡੀਵਿਜੂਅਲ ਜਿਹੜਾ ਆ, ਇੱਕ ਇਨਸਾਨ ਹੈ ਕੋਈ, ਜਾਂ ਕੋਈ ਆਪਾਂ ਕਹਿੰਦੇ ਆਪਾਂ ਕਿਸੇ ਨੂੰ ਵੀ ਕੋਈ ਮੰਨ ਲੈਂਦੇ ਆ, ਉਹ ਧਰਮ ਨਹੀਂ ਹੈ, ਉਹ ਸਮੁਦਾਇ ਨਹੀਂ ਹੈ। ਧਰਮ ਔਰ ਸਮੁਦਾਇ ਜਿਹੜਾ ਇੰਡੀਵਿਜੂਅਲ ਤੋਂ ਵੱਖਰਾ ਹੁੰਦਾ ਹਮੇਸ਼ਾ, ਕਿ ਉਹ ਇੱਕ ਕਿਸੇ ਦੇ ਅਗੇਂਸਟ ਕੁਝ ਕਹਿ ਦਿੱਤਾ ਉਹਨੂੰ ਧਾਰਮਿਕ ਭਾਵਨਾ ਨਹੀਂ ਮੰਨਿਆ ਜਾਏਗਾ, ਉਹ ਇੰਡੀਵਿਜੂਅਲ ਬੰਦੇ ਦੇ ਅਗੇਂਸਟ ਜੋ ਵੀ ਕੁਝ ਮੰਨਿਆ ਜਾਏਗਾ। ਇਹ ਡਿਫਰੈਂਸ਼ੀਏਟ ਕਰਨਾ ਜ਼ਰੂਰੀ ਹੈ। ਸਾਡੇ ਲੋਕ ਇਸ ਚੱਕਰ ਦੇ ਵਿੱਚ ਬਹੁਤ ਫਸੇ ਹੋਏ ਨੇ, ਬਾਰ-ਬਾਰ 295 ਦੇ ਵਿੱਚ ਜਾਣਾ ਚਾਹੁੰਦੇ ਨੇ। ਉਹ ਫਿਰ ਮੈਂ ਕਹਿੰਦਾ ਮਨੋਵਿਗਿਆਨਿਕ ਔਰ ਜਿਹੜੀ ਸੰਵਿਧਾਨਿਕ ਫੈਕਟਸ ਨੇ ਇਹ ਹਮੇਸ਼ਾ ਡਿਫਰੈਂਟ ਹੁੰਦੇ ਨੇ। ਜਿਹੜੀ ਅਸੀਂ ਸਾਈਕੋਲੋਜੀਕਲੀ ਸਾਡੇ ਮਨ ਦੇ ਵਿੱਚ ਇੱਕ ਚੀਜ਼ ਬੈਠੀ ਹੋਈ ਆ ਕਿ ਇਹ ਜਾਂ ਧਾਰਮਿਕ ਮੁੱਦਾ ਭਟਕ ਗਿਆ, ਇਹ ਸਾਡੀਆਂ ਸਮਾਜਿਕ ਭਾਵਨਾਵਾਂ ਭਟਕ ਗਈਆਂ। ਉਹ ਜਿਹੜੀ ਗੱਲ ਹੈ ਧਰਮ ਹੁੰਦਾ, ਨਾ ਕਿ ਕੋਈ ਇਨਸਾਨ ਧਰਮ ਹੁੰਦਾ। ਇੱਕ ਇੰਡੀਵਿਜੂਅਲ ਧਰਮ ਨਹੀਂ ਹੁੰਦਾ। ਧਰਮ ਵੱਖਰੀ ਚੀਜ਼ ਹੈ, ਇੰਡੀਵਿਜੂਅਲ ਵੱਖਰੀ ਚੀਜ਼ ਹੈ। ਹੁਣ ਜਿਹੜਾ ਗੀਤ ਦੀ ਗੱਲ ਆ, ਜੇ ਉਹ ਸਾਡੇ ਲੋਕਾਂ ਦਾ ਜਿਹੜਾ ਸਦੀਆਂ ਤੋਂ ਤਰਾਸ਼ਦੀ ਸੀ ਉਹਨੂੰ ਡਿਸਕ੍ਰਾਈਬ ਕਰ ਰਿਹਾ, ਉਹ ਇੱਕ ਕੰਪੈਰੀਜ਼ਨ ਕਰ ਰਿਹਾ ਵੀ ਜਿਹੜੇ ਇਹ ਲੋਕਾਂ ਨੂੰ ਹੱਥ ਲਾਉਣ ਨਾਲ ਤੁਹਾਨੂੰ ਪਿੱਠ ਚੜ੍ਹਦੀ ਆ, ਇਹ ਲੋਕ ਵਿਚਾਰੇ ਜਿਹੜੇ ਆ ਇਹ ਇਸ ਤਰ੍ਹਾਂ ਦੇ ਨੇ, ਦੂਸਰੇ ਪਾਸੇ ਦੀ ਅਵਸਥਾ ਇਸ ਤਰ੍ਹਾਂ ਦੀ। ਉਹਨੇ ਦੋ ਅਵਸਥਾਵਾਂ, ਇੱਕ ਜਿਹੜੀ ਅਛੂਤ ਅਵਸਥਾ ਤੇ ਇੱਕ ਜਿਹੜੀ ਸਵਰਨ ਅਵਸਥਾ ਜਿਹਨੂੰ ਕਹਿੰਦੇ ਆ, ਉਹਨਾਂ ਨੂੰ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਉਹਨੇ ਇੱਕ ਸਾਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਵੀ ਯਾਰ ਉਹ ਵੀ ਸ਼ੁੱਧ ਨੇ, ਇਹਨਾਂ ਨੂੰ ਕਿਉਂ ਅਸ਼ੁੱਧ ਕਹਿੰਦੇ ਆ। ਪੰਗੜ ਸਾਹਿਬ ਸਵਾਲ ਤਾਂ ਇਹੀ ਆ ਵੀ ਜੇ ਇਦਾਂ ਹੀ ਹੋਣ ਲੱਗ ਪਿਆ, ਜੇਕਰ ਅਸਲ ਹਾਲਾਤਾਂ ਨੂੰ ਪ੍ਰੈਜ਼ੈਂਟ ਕਰਨਾ ਵੀ ਗੁਨਾਹ ਹੋਣ ਲੱਗ ਪਿਆ, ਉਹਨਾਂ ਤੇ ਧਾਰਾਵਾਂ ਲੱਗਣ ਲੱਗ ਪਈਆਂ, ਮਾਫੀਆਂ ਮੰਗਾਈਆਂ ਜਾਣ ਲੱਗ ਪਈਆਂ, ਤਾਂ ਸੱਚ ਕੌਣ ਬੋਲੂਗਾ ਫਿਰ? ਪਹਿਲੀ ਗੱਲ, ਮੈਂ ਸਿਰਫ ਇਹ ਅਵਸਥਾ ਨੂੰ ਡਿਸਕ੍ਰਾਈਬ ਕਰ ਰਿਹਾ, ਮੈਂ ਉਸ ਗੀਤ ਨੂੰ ਡਿਸਕ੍ਰਾਈਬ ਨਹੀਂ ਕਰ ਰਿਹਾ। ਮੈਂ ਦੋ ਅਵਸਥਾਵਾਂ ਲੈ ਕੇ ਚੱਲ ਰਿਹਾ ਵੀ ਇੱਕ ਅਵਸਥਾ ਸੀ ਸਾਡੀ, ਇੱਕ ਸਮਾਜਿਕ ਅਵਸਥਾ, ਸਾਡੇ ਲੋਕ ਇਹੋ ਜਿਹੀ ਜ਼ਿੰਦਗੀ ਜੀ ਰਹੇ ਆ, ਉਹਨਾਂ ਦੇ ਹੱਕ ਦੇ ਵਿੱਚ ਜਦੋਂ ਵੀ ਕੋਈ ਆਵਾਜ਼ ਉਠਾਈ ਜਾਂਦੀ ਆ, ਉਹਨੂੰ ਦੇਖੋ ਜਦੋਂ ਵੀ ਕਿਸੇ ਨੂੰ ਦਬਾਉਣਾ ਨਾ, ਸੱਚਾ ਆਦਮੀ ਜਿਹੜਾ ਹੈ ਨਾ, ਉਹ ਕਦੀ ਕੋਰਟ ਕਚਹਿਰੀਆਂ 'ਚ ਨਹੀਂ ਜਾਂਦਾ। ਹਮੇਸ਼ਾ ਜਿਹੜਾ ਹੈ ਸੱਚ ਨੂੰ ਦਬਾਇਆ ਜਾਂਦਾ, ਪਿੱਛੇ ਤੋਂ ਆਪਾਂ ਚੱਲਦੇ ਆ ਜਾਓ। ਜਿੰਨੇ ਵੀ ਲੋਕਾਂ ਨੇ, ਚਾਹੇ ਆਪਾਂ, ਜੇ ਮੈਂ ਧਾਰਮਿਕ ਕਿਸੇ ਦਾ ਨਾਂ ਨਹੀਂ ਲੈਣਾ, ਜੇ ਮੈਂ ਗੁਰੂ ਨਾਨਕ ਸਾਹਿਬ ਦਾ ਨਾਂ ਲਾਵਾਂ, ਗੁਰੂ ਰਵਿਦਾਸ ਜੀ ਦਾ ਨਾਂ ਲਾਵਾਂ, ਕਬੀਰ ਸਾਹਿਬ ਦਾ ਨਾਂ ਲਾਵਾਂ, ਜਾਂ ਇਹਨਾਂ ਦੇ ਨਾਂ ਲਾਵਾਂ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ, ਮੈਂ ਇਹਨਾਂ ਨੂੰ ਛੱਡ ਕੇ ਗਲੀਲੀਓ ਦਾ ਨਾਂ ਲੈਣਾ ਚਾਹੁੰਦਾ ਕਿ ਜਿਹਨੇ ਕਿਹਾ ਵੀ ਧਰਤੀ ਗੋਲ ਆ, ਤੇ ਅਮਰੀਕਾ ਦੇ ਲੋਕਾਂ ਨੇ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਤੇ ਉਹ ਤੋਂ ਮਾਫੀ ਮੰਗਵਾਈ। ਹਾਲਾਂਕਿ ਉਹਨੇ ਮਾਫੀ ਵੀ ਮੰਗ ਲਈ, ਪਰ ਜਦੋਂ ਗੋਡਿਆਂ ਭਾਰ ਉੱਠਿਆ ਮਾਫੀ ਮੰਗਣ ਤੋਂ ਬਾਅਦ ਉਹਨੇ ਕਿਹਾ ਯਾਰ ਧਰਤੀ ਤਾਂ ਗੋਲ ਹੀ ਰਹਿਣੀ ਹੈ, ਪਰ ਸੱਚ ਤਾਂ ਸੱਚ ਹੀ ਰਹਿਣਾ, ਜਿੱਥੇ ਮਰਜ਼ੀ ਚੱਲ ਜਾਓ। ਆਪਾਂ ਜਿਹੜਾ ਇਹ ਰੌਲਾ ਪਾਉਂਦੇ ਆ ਨਾ ਵੀ ਉਹਦੀਆਂ ਭਾਵਨਾ ਭਟ ਗਈਆਂ, ਉਹਦੀਆਂ ਭਾਵਨਾ ਭਟ ਗਈਆਂ। ਮੁੰਬਈ ਹਾਈ ਕੋਰਟ ਦੀ ਇੱਕ ਇਹਦੇ ਬਾਰੇ ਜੱਜਮੈਂਟ ਆ, ਕਲੀਅਰ ਕੱਟ ਜੱਜਮੈਂਟ ਆ। ਜਿਹੜੇ ਰਾਈਟਰ ਆ, ਸਿੰਗਰ ਆ, ਜਿਹੜੇ ਫਿਲਮ ਮੇਕਰਸ ਨੇ ਜਾਂ ਕੋਈ ਸੀਰੀਅਲ ਬਣਾਉਂਦੇ ਨੇ, ਉਹਨਾਂ ਨੂੰ ਤੰਗ ਨਾ ਕਰੋ। ਉਹ ਰਿਸਰਚਰ ਨੇ, ਉਹਨਾਂ ਨੂੰ ਆਜ਼ਾਦੀ ਦਿਓ, ਉਹ ਆਪਣੇ ਜਿਹੜੇ ਵਿਚਾਰ ਆ ਉਹਨਾਂ ਨੂੰ ਐਕਸਪ੍ਰੈਸ ਕਰਨ। ਜਿਹੜੇ ਲੋਕਾਂ ਦੇ ਵਿੱਚ ਸਦੀਆਂ ਪੁਰਾਣੀਆਂ ਈਵਨ ਜਿਹੜੀ ਸਮਾਜਿਕ ਕੁਰੀਤੀਆਂ, ਬੁਰਾਈਆਂ ਜਿਹੜੀਆਂ ਨੇ ਉਹ ਸਮਾਜ ਦੇ ਵਿੱਚ ਰਹਿ ਹੋਈਆਂ ਨੇ, ਅਸੀਂ ਉਹਨਾਂ ਨੂੰ ਧਾਰਮਿਕ ਨਹੀਂ ਕਹਿ ਸਕਦੇ। ਉਹ ਸਮਾਜਿਕ ਬੁਰਾਈ ਆ, ਉਹਦੇ ਵਿਰੁੱਧ ਕੋਈ ਬੋਲਦਾ ਤਾਂ ਇੱਕ ਅੱਛੀ ਗੱਲ ਆ। ਉਹ ਸਮਾਜਿਕ ਬੁਰਾਈਆਂ ਖਤਮ ਹੋਣੀਆਂ ਚਾਹੀਦੀਆਂ, ਔਰ ਇਹ ਸਾਡੇ ਸਵਰਨ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ, ਜਿਹੜੇ ਅਸੀਂ ਲੋਕ ਆ ਸਾਨੂੰ ਵੀ ਸਮਝਣਾ ਚਾਹੀਦਾ। ਅਸੀਂ ਇਹ ਸਮਾਜਿਕ ਬੁਰਾਈਆਂ ਦੂਰ ਕਰਨੀਆਂ, ਇਹਦਾ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਔਰ ਇਹ ਜਿੰਨੀ ਜਲਦੀ ਹੋ ਸਕਦਾ ਇਹ ਸਮਝ ਲੈਣਾ ਚਾਹੀਦਾ। ਇੱਕ ਮਗਰ ਬਹੁਤ ਜ਼ਰੂਰੀ ਸਵਾਲ ਇੱਥੇ ਪੈਦਾ ਹੋ ਜਾਂਦਾ ਵੀ ਜਦੋਂ ਕੋਈ ਦਲਿਤ ਬੰਦੇ, ਜਦੋਂ ਇਨਸਾਨ ਆ, ਉਹ ਜਦੋਂ ਕੋਈ ਆਰੋਪ ਲਗਾਉਂਦੇ ਆ ਕਿਸੇ ਸਵਰਨ ਦੇ ਉੱਤੇ, ਜਦੋਂ ਅਪਰ ਕਾਸਟ ਲੋਕ ਉਹਨਾਂ ਨਾਲ ਭੇਦਭਾਵ ਕਰਦੇ ਆ, ਉਹਨਾਂ ਦੀਆਂ ਰਿਪੋਰਟਾਂ ਦਰਜ ਨਹੀਂ ਕੀਤੀਆਂ ਜਾਂਦੀਆਂ। ਪ੍ਰਸ਼ਾਸਨ ਕਿਤੇ ਨਾ ਕਿਤੇ ਭੇਦਭਾਵਪੂਰਨ ਜਿਹੜੀ ਨੀਤੀ ਅਪਣਾਉਂਦਾ ਆ। ਕੀ ਇਸ ਚੀਜ਼ ਨੂੰ ਕੀ ਸਮਝਿਆ ਜਾਵੇ? ਇਹਨੂੰ ਸਮਝਿਆ ਜਾਵੇ ਸਾਡੀ ਅਨਪੜ੍ਹਤਾ, ਸਾਡੀ ਨਲਾਇਕੀ, ਅਗਿਆਨਤਾ, ਇਹ ਜਿਹੜਾ ਇੱਕ ਅਸੀਂ ਵਹਿਮਾਂ ਭਰਮਾਂ 'ਚ ਫਸੇ ਹੋਏ ਹਾਂ। ਅਸੀਂ ਜਿਹੜੇ ਗੁਲਾਮ ਆ ਨਾ,
ਇਹ ਇਸ ਕਰਕੇ ਨਹੀਂ ਹੈ ਕਿ ਜਿਹਨੇ ਸਾਨੂੰ ਗੁਲਾਮ ਬਣਾਇਆ, ਜਿਹੜਾ ਦਮਨਕਾਰੀ ਸਮਾਜ ਆ ਉਹ ਇੰਟੈਲੀਜੈਂਟ ਆ ਜਾਂ ਉਹਦੇ 'ਚ ਕੋਈ ਕੁਆਲਿਟੀ ਆ ਜਾਂ ਉਹਦੇ 'ਚ ਕੋਈ ਗੁਣ ਆ। ਉਹ ਅਸੀਂ ਸਾਨੂੰ ਇਸ ਕਰਕੇ ਗੁਲਾਮ ਬਣਾਇਆ ਹੋਇਆ ਹੈ ਕਿ ਅਸੀਂ ਅਨਪੜ੍ਹ ਹਾਂ। ਅਸੀਂ ਸਾਡੇ ਮੈਂ ਪੜ੍ਹ ਦਾ ਮੀਨਿੰਗ ਇਹ ਨਹੀਂ ਵੀ ਜਿਹਨੇ MA ਕਰ ਲਈ ਉਹ ਅਨਪੜ੍ਹ ਨਹੀਂ ਹੈਗਾ। ਜਦੋਂ ਤੱਕ ਉਹਨੂੰ ਸੰਵਿਧਾਨ ਬਾਰੇ ਜਾਣਕਾਰੀ ਨਹੀਂ, ਉਹ ਜਾਗਰੂਕ ਨਹੀਂ ਆਪਣੇ ਹੱਕਾਂ ਬਾਰੇ, ਉਹ ਬੰਦਾ ਅਨਪੜ੍ਹ ਹੈ, ਚਾਹੇ ਉਹਨੇ PhD ਕਰ ਲਈ ਚਾਹੇ MA ਕਰ ਲਈ। ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਪੜ੍ਹਿਆ, ਉਹ ਡਾਕਟਰ ਅੰਬੇਦਕਰ ਸਾਹਿਬ ਸੀ ਜੀ। ਉਹ ਪੜ੍ਹੇ ਨੇ, ਉਹਨਾਂ ਨੇ ਦੇਖੋ ਆਪਣੀ ਨਹੀਂ, ਉਹਨਾਂ ਨੇ ਸਾਰੇ ਨੇ ਗੁਲਾਮੀ ਤੋੜ ਦਿੱਤੀ। ਹੁਣ ਮੈਂ ਇਸ ਫਿਰ ਮੁੱਦੇ ਤੇ ਆਉਂਦਾ ਵੀ ਉਹ ਜੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਤੇ ਜਿਹੜੀ ਲਾਈਟ ਸਾਡੇ ਸਾਹਮਣੇ ਦਿਖਾਈ ਆ, ਬਾਬਾ ਸਾਹਿਬ ਨੇ ਦਿਖਾਈ, ਅਸੀਂ ਕਿਉਂ ਨਹੀਂ ਪਖੰਡਵਾਦ ਚੋਂ ਨਿਕਲ ਰਹੇ? ਅਸੀਂ ਕਿਉਂ ਨਹੀਂ ਮਤਲਬ ਇਹ ਅਨਪੜ੍ਹਤਾ ਨੂੰ ਛੱਡ ਰਹੇ? ਅਸੀਂ ਕਿਉਂ ਨਹੀਂ ਅੰਧ ਵਿਸ਼ਵਾਸ ਨੂੰ ਛੱਡ ਰਹੇ? ਮਤਲਬ ਅਸੀਂ ਚਾਹੁੰਦੇ ਕੀ ਆ ਯਾਰ? ਅਸੀਂ ਅਗਿਆਨ ਤੋਂ ਸਾਨੂੰ ਡਰ ਲੱਗਦਾ। ਜੇ ਕੋਈ ਬੰਦਾ ਸਾਨੂੰ ਗਿਆਨ ਦੀ ਗੱਲ ਦੱਸਦਾ, ਚਲੋ ਮੇਰੇ ਮਨ 'ਚ ਇਹ ਆਉਂਦਾ ਵੀ ਮੈਂ ਆਪਣੇ ਸਮਾਜ ਨੂੰ ਸਮਝਾਵਾਂ, ਇਹਨਾਂ ਨੂੰ ਥੋੜ੍ਹਾ ਜਿਹਾ ਗਿਆਨ ਦੀਆਂ ਗੱਲਾਂ ਦੱਸਾਂ। ਜੇ ਮੇਰਾ ਸਮਾਜ ਹੀ ਮੇਰੀ ਵਿਰੋਧਤਾ ਕਰੇ ਜਾਂ ਮੇਰੇ ਅਗੇਂਸਟ ਚੱਲੇ ਤਾਂ ਉਹਦੇ ਮੀਨਿੰਗ ਕੀ ਨਿਕਲਦੇ ਆ? ਮੈਂ ਤਾਂ ਆਪਣੇ ਸਮਾਜ ਨੂੰ ਉੱਪਰ ਚੁੱਕਣਾ ਚਾਹੁੰਦਾ। ਮੈਂ ਤਾਂ ਇਹਨੂੰ ਇੱਕ ਬੜਾ ਤਾਕਤਵਰ ਸਮਾਜ ਦੇਖਣਾ ਚਾਹੁੰਦਾ। ਮੈਂ ਆਪਣੀ ਤਾਕਤ ਆਉਣੀ ਕਿੱਥੋਂ ਆ? ਆਪਣੇ ਲੋਕਾਂ 'ਚੋਂ, ਆਪਣੇ ਸੰਗਠਨਾਂ 'ਚੋਂ। ਇਕੱਲਾ ਤਾਂ ਕੋਈ ਤਾਕਤਵਰ ਨਹੀਂ। ਹੁਣ ਤੁਸੀਂ 4-5 ਬੰਦੇ ਬੈਠੇ ਆ, ਜੇ ਪੰਜੇ ਇਕੱਠੇ ਹੋ ਕੇ ਕਿ ਇਨਕਲਾਬ ਦਾ ਨਾਅਰਾ ਲਗਾਉਂਦੇ, ਉਹ ਤਾਕਤ ਆ। ਜੇ ਮੈਂ ਇਕੱਲਾ ਨਾਅਰਾ ਲਗਾਉਂਦਾ ਤਾਂ ਉਹ ਕੁਛ ਵੀ ਨਹੀਂ ਹੈਗਾ। ਇਹ ਤੁਸੀਂ ਦੇਖਣਾ ਹੈ ਵੀ ਅਸੀਂ ਇਕੱਠੇ ਹੋਣਾ ਕਿ ਇਕੱਲੇ ਇਕੱਲੇ ਰਹਿਣਾ। ਸਾਡੀ ਜਿਹੜਾ ਆਜ਼ਾਦੀ ਦਾ ਫਰੀਡਮ, ਜਿਹੜੇ ਅਸੀਂ ਹੱਕ ਲੈਣ ਦਾ ਜਿਹੜਾ ਮੇਨ ਟਿਕਟ ਆ, ਉਹ ਸੰਵਿਧਾਨ ਦੇ ਵਿੱਚ ਆ। ਔਰ ਉਹ ਜਿਹੜਾ ਹੈ ਸਾਡੀ ਏਕਤਾ ਦੇ ਵਿੱਚ ਹੈ। ਏਕਤਾ, ਅਖੰਡਤਾ, ਭਾਈਚਾਰਾ ਸਾਡੇ ਸਮਾਜ ਨੂੰ ਆਪਸ ਵਿੱਚ ਬਣਾ ਕੇ ਰੱਖਣਾ। ਅੱਜ ਤੱਕ ਸਮਾਜ ਇੱਕ ਨਹੀਂ ਹੋ ਸਕਿਆ। ਦੋਸ਼ੀ ਕੌਣ ਆ? ਦੋਸ਼ੀ ਫਿਰ ਉੱਥੇ ਆਉਂਦੇ, ਅਨਪੜ੍ਹਤਾ ਹੀ ਦੋਸ਼ੀ ਹੈ ਔਰ ਇਹ ਬਾਬਾ ਸਾਹਿਬ ਨੂੰ ਨਾ ਪੜ੍ਹਨਾ ਦੋਸ਼ੀ ਹੈ। ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਕਦੀ ਬਾਬਾ ਸਾਹਿਬ ਨੂੰ ਪੜ੍ਹਿਆ? ਉਹਨੇ ਕਿਹਾ ਵੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ? ਬਾਬਾ ਸਾਹਿਬ ਜਿਹੜੀ ਗੱਲ ਕਹਿੰਦੇ ਆ ਉਹ ਕਿ ਵੀ ਮੈਂ ਜਿਹੜਾ ਉਹਨੂੰ ਬਾਬਾ ਸਾਹਿਬ ਨੂੰ ਨਵਾਂ ਮਤਲਬ ਧਰਮ ਦੀ ਜਿਹੜੀਆਂ ਪਹਿਲੇ ਤਾਂ ਅਪਣਾਉਣਾ ਪਿਆ, ਅਪਣਾਉਣ ਤੋਂ ਬਾਅਦ ਉਹਦੀਆਂ ਜਿਹੜੀਆਂ ਪ੍ਰਤਿਗਿਆਵਾਂ ਸੀਗੀਆਂ ਉਹਨਾਂ ਨੂੰ ਬਦਲਣੀਆਂ ਪਈਆਂ। ਕਿਉਂ ਬਦਲਣੀਆਂ ਪਈਆਂ? ਇਹ ਮੇਰੇ ਇਕੱਲੇ ਬੱਚੇ ਨੂੰ, 1 ਸਾਲ ਦੇ ਬੱਚੇ ਨੂੰ ਵੀ ਪਤਾ ਹੋਣਾ ਚਾਹੀਦਾ। ਤਾਂ ਇਹ ਬਾਬਾ ਸਾਹਿਬ ਕਹਿੰਦੇ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਇਹ ਧੋਖਾ ਆ, ਇਹ ਕਹਿਣਾ ਆ ਕਿ ਵੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਇਹ ਸਭ ਤੋਂ ਵੱਡਾ ਧੋਖਾ ਹੈ। ਇਹ ਤੋਂ ਵੱਡਾ ਕੋਈ ਧੋਖਾ ਨਹੀਂ ਹੈਗਾ। ਵੀ ਸ਼ੁੱਡ ਐਡਮਿਟ ਵੀ ਆਰ ਸਫਰਿੰਗ ਫਰੋਮ ਏ ਰਿਲੀਜਨ। ਠੀਕ, ਸਾਡੀ ਜਿਹੜੀ ਦੁਰਗਤੀ ਹੋ ਰਹੀ ਹੈ ਕਿਸੇ ਧਰਮ ਦੇ ਖਾਤਰ ਹੋ ਰਹੀ। ਨਹੀਂ, ਜੇ ਦੋਸ਼ੀਆਂ ਦੀ ਇੰਡੀਵਿਜੂਅਲ ਆਈਡੈਂਟੀਫਿਕੇਸ਼ਨ ਕਰਨੀ ਹੋਵੇ ਤਾਂ ਫਿਰ ਕਿਹਨੂੰ ਦੋਸ਼ੀ ਮੰਨਾਂਗੇ ਆਪਾਂ? ਦੋਸ਼ੀਆਂ ਦੀ ਇਹ ਕਦੀ ਵੀ ਨਹੀਂ ਹੁੰਦਾ ਜਿਹੜਾ ਅਸੀਂ ਫੈਸਲੇ ਸੁਣਾਉਣ ਵਾਲੇ ਨਹੀਂ ਹੈ। ਜਿੱਦਾਂ ਉਹਦੇ 'ਚ ਵੀ ਫੈਸਲਾ ਲਿਆ ਜਾਂਦਾ ਵੀ ਉਹ ਮਾਫੀ ਮੰਗੇ, ਇਹ ਗਲਤ ਆ। ਫੈਸਲਾ ਕਾਨੂੰਨ ਨੇ ਕਰਨਾ, ਫੈਕਟਸ ਨੇ ਕਰਨਾ, ਉਹਦੀ ਟੈਕਨੀਕਲਿਟੀਜ਼ ਨੇ ਕਰਨਾ। ਜਿਹੜੀ ਗੱਲ ਆ ਵੀ ਇਹਦਾ ਦੋਸ਼ੀ ਕੌਣ ਆ, ਮੈਂ ਫਿਰ ਉੱਥੇ ਕਹਿੰਦਾ ਕੋਈ ਬੰਦਾ, ਤੁਸੀਂ ਆਪਣੇ ਘਰ ਦੇ ਵਿੱਚ ਡੋਮੀਨੇਟ ਕਰਦੇ ਆ, ਤੁਸੀਂ ਕਰਦੇ ਰਹੋਗੇ ਜਿੰਨੀ ਦੇਰ ਅੱਗੇ ਉਹ ਆਵਾਜ਼ ਨਹੀਂ ਉੱਠੇਗੀ। ਬਾਬਾ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਕਿ ਮੇਰੇ ਸਮਾਜ ਨੂੰ ਗੁਲਾਮੀ ਨੂੰ ਤਿਆਗ ਦੇਣਾ ਚਾਹੀਦਾ, ਗੁਲਾਮੀ ਮੈਂ ਤਿਆਗਣੀ ਆ, ਕਿਸੇ ਨੇ ਮੈਨੂੰ ਆਜ਼ਾਦ ਨਹੀਂ ਕਰਨਾ। ਅੱਜ ਤੋਂ ਤੁਸੀਂ ਕਹੋ ਮੈਂ ਕਿਸੇ ਦੇ ਨੀਚੇ ਨਹੀਂ ਬਣ ਕੇ ਰਹਿਣਾ, ਅੱਜ ਤੋਂ ਕਹੋ ਵੀ ਮੈਂ ਕਿਸੇ ਦਾ ਗੁਲਾਮ ਨਹੀਂ ਬਣ ਕੇ ਰਹਿਣਾ, ਮੈਂ ਦੇਖਦਾ ਤੁਹਾਨੂੰ ਕੌਣ ਬਣਾਊਗਾ ਗੁਲਾਮ। ਐਡਾ ਵੱਡਾ ਸੰਵਿਧਾਨ ਤੁਹਾਡੇ ਹੱਕ ਦੇ ਵਿੱਚ ਲਿਖਿਆ ਗਿਆ, ਕੋਈ ਕਿਸੇ ਨੂੰ ਸਲੇਵ ਨਹੀਂ ਬਣਾ ਸਕਦਾ। ਸਲੇਵਰੀ ਸਿਸਟਮ ਸੰਵਿਧਾਨ ਨੇ ਖ਼ਤਮ ਕਰ ਦਿੱਤਾ ਹੈ। ਤੁਹਾਨੂੰ ਰਾਈਟ ਟੂ ਇਕੁਅਲਿਟੀ ਦੇ ਦਿੱਤਾ ਉਹਨਾਂ ਨੇ 14 ਨੰਬਰ ਦੇ ਆਰਟੀਕਲ 14 ਦੇ ਵਿੱਚ। ਫਰੀਡਮਸ ਤੁਹਾਨੂੰ ਸਾਰੀਆਂ ਦੇ ਦਿੱਤੀਆਂ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇੱਕ ਹੋਰ ਸੁਣੋ, ਪਹਿਲੇ ਤਾਂ ਗੱਲ ਵੀ ਜਦੋਂ ਆਰਟੀਕਲ 20 ਦੇ ਵਿੱਚ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਯੂ ਹੈਵ ਰਾਈਟ ਟੂ ਲਿਵ ਵਿਦ ਡਿਗਨਿਟੀ, ਤੁਸੀਂ ਜੀ ਸਕਦੇ ਹੋ। ਫਿਰ ਤੁਸੀਂ ਆਪਣੇ ਆਪ ਨੂੰ ਕਿੱਦਾਂ ਕਹਿੰਦੇ ਅਸੀਂ ਗੁਲਾਮ ਬਣ ਕੇ ਰਹਿਣਾ? ਇਹ ਤੁਹਾਡੇ ਵਾਸਾ। ਹੁਣ ਤੁਸੀਂ ਇਸ ਸੰਵਿਧਾਨ ਨੂੰ ਇੰਪਲੀਮੈਂਟ ਕਰਾਉਣਾ, ਇਹ ਕਿੱਦਾਂ ਕਰਾਉਣਾ? ਜਦ ਤੱਕ ਤੁਹਾਡੇ ਹੱਥ ਪੋਲੀਟੀਕਲ ਪਾਵਰ ਨਹੀਂ ਆਉਂਦੀ। ਪੋਲੀਟੀਕਲ ਪਾਵਰ ਕਿੱਦਾਂ ਆਉਣੀ ਹੈ? ਤੁਹਾਡੀ ਏਕਤਾ ਨੇ ਲਿਆਉਣੀ ਹੈ। ਬੰਗੜ ਸਾਹਿਬ, ਤੁਸੀਂ ਸਵੈ ਇੱਛਾ ਦੀ ਗੱਲ ਕਰਦੇ ਆ। ਜਦੋਂ ਤੱਕ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ, ਆਪਣੇ ਨੂੰ ਸਵੈ ਇੱਛਾ ਉਹਨਾਂ ਦੀ ਗੁਲਾਮ ਬਣਨ ਦੀ ਨਹੀਂ ਸੀ, ਪਰ ਉਹਨਾਂ ਨੂੰ ਜ਼ਬਰਦਸਤੀ ਬਣਾ ਕੇ ਗਿਆ, ਵਿਦ ਇਨਫੋਰਸਮੈਂਟ ਕੀਤਾ ਗਿਆ। ਜਿਹੜੇ ਪਹਿਲਿਆ ਸੀਗਾ ਸ਼ੁਰੂ ਦੇ ਵਿੱਚ ਜੋ ਹੋਇਆ, ਜੇ ਆਪਾਂ ਮਨੂ ਸਮ੍ਰਿਤੀ ਤੋਂ ਸ਼ੁਰੂ ਕਰਦੇ ਆ, ਸਾਨੂੰ ਫੋਰਸਲੀ ਬਣਾਇਆ ਗਿਆ। ਅਸੀਂ ਉਹ ਸੰਤਾਪ 5000 ਸਾਲ ਹੰਢਾ ਲਿਆ। ਬਿਲਕੁਲ ਹੰਢਾ ਲਿਆ ਨਾ। ਮੈਂ ਕਹਿੰਦਾ ਉਹ ਹੰਢ ਗਿਆ ਜਿਹੜਾ ਹੰਢਣਾ ਸੀ। ਹੁਣ ਤਾਂ ਨਹੀਂ ਮੈਨੂੰ, ਹੁਣ ਤਾਂ ਮੈਨੂੰ ਇੱਕ ਦੱਸੋ, ਮੈਂ 70 ਸਾਲ ਤੋਂ ਕਿਉਂ ਗੁਲਾਮ? ਕੁਐਸਚਨ ਇਹ ਆ। ਪਹਿਲਾਂ ਮੈਨੂੰ ਗੁਲਾਮ ਬਣਾ ਕੇ ਰੱਖਿਆ ਸੀ। ਚਲੋ 1932 ਦੇ ਵਿੱਚ ਜਿਹੜਾ ਆਪਣਾ ਇੰਡੀਅਨ ਐਕਟ ਆਇਆ,
ਫਰੀडम ਐਕਟ ਆਇਆ, ਉਹ ਸੌਰੀ ਇੰਡੀਅਨ ਐਕਟ ਆਇਆ, ਜੇ ਬ੍ਰਿਟਿਸ਼ ਗਵਰਨਮੈਂਟ ਲੈ ਕੇ ਆਈ ਆ, ਆਪਾਂ ਨੂੰ ਐਜੂਕੇਸ਼ਨ ਦਾ ਅਧਿਕਾਰ ਦੇ ਦਿੱਤਾ, ਸਾਨੂੰ ਵੋਟ ਦਾ ਅਧਿਕਾਰ ਦੇ ਦਿੱਤਾ। 1935 ਦੇ ਵਿੱਚ ਸਾਡੇ ਕੈਂਡੀਡੇਟ ਖੜ ਕੇ ਜਿੱਤ ਵੀ ਗਏ। ਮੈਂ ਹੁਣ ਜੇ ਮੈਂ 1950 ਤੋਂ ਨਹੀਂ ਚੱਲਦਾ, ਮੈਂ 1932 ਤੋਂ ਚੱਲਦਾ, 88 ਸਾਲ ਹੋ ਗਏ। ਮੈਂ ਇਹ ਕਹਿੰਦਾ ਵੀ 88 ਸਾਲ 'ਚ ਅਸੀਂ ਕੀ ਕੀਤਾ। ਉਹੀ ਤਾਂ ਦੁੱਖ ਆ ਕਿ ਜੇ ਮੈਨੂੰ ਆਉਣ ਵਾਲੀ ਪੀੜ੍ਹੀ ਨੇ ਇਹ ਗੱਲ ਪੁੱਛਣੀ ਆ, ਤੁਹਾਨੂੰ ਵੀ ਪੁੱਛਣੀ ਆ ਵੀ ਜੇ ਬਾਬਾ ਸਾਹਿਬ ਇਹ ਹੱਕ ਦੇ ਕੇ ਗਏ ਸੀ ਤਾਂ ਤੁਸੀਂ ਸੰਭਾਲੇ ਕਿਉਂ ਨਹੀਂ। ਗੱਲ ਤਾਂ ਸੰਭਾਲਣ ਦੀ ਸੀ ਨਾ ਜੀ। ਬੰਗੜ ਸਾਹਿਬ, ਜੇ ਆਪਾਂ ਦੋਸ਼ੀਆਂ ਨੂੰ ਲੱਭਣ ਚਲ ਗਏ ਤਾਂ ਮੈਂ ਸਮਝਦਾ ਇਹ ਇੰਡੀਵਿਜੂਅਲ ਆਈਡੈਂਟੀਫਿਕੇਸ਼ਨ ਜਿਹੜੀ ਤੁਸੀਂ ਕਹਿੰਦੇ ਆ ਨਹੀਂ ਕੀਤੀ ਜਾ ਸਕਦੀ। ਕਿਤੇ ਨਾ ਕਿਤੇ ਅਨਪੜ੍ਹਤਾ, ਅਗਿਆਨਤਾ ਜਿਹੜਾ ਸਾਡਾ ਇਹੀ ਇੱਕ ਮੇਨ ਦੋਸ਼ੀ ਆ। ਬੰਗੜ ਸਾਹਿਬ, ਸੰਦੇਸ਼ ਸਾਡੇ ਸਮਾਜ ਦੇ ਲਈ ਕੀ ਆ? ਮੇਰਾ ਪਹਿਲੀ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਮੇਰੇ ਸਰੋਤਿਆਂ ਦਾ ਵੀ, ਜਿਨ੍ਹਾਂ ਨੂੰ ਮੇਰੀ ਇਹ ਜਿੰਨੀ ਵੀ ਗੱਲ ਹੈ ਸੁਣਨੀ ਪਈ ਆ। ਮੈਂ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਆਪਾਂ ਇਹ ਲੱਭਦੇ ਹਾਂ ਵੀ ਦੋਸ਼ੀ ਕੌਣ ਆ। ਜੇ ਇੱਕ ਲਾਈਨ ਕਿਸੇ ਨੇ ਖਿੱਚੀ ਹੋਈ ਆ, ਜੇ ਤੁਸੀਂ ਉਸ ਲਾਈਨ ਨੂੰ ਕ੍ਰਾਸ ਕਰਨਾ ਤੇ ਤੁਹਾਨੂੰ ਉਹ ਤੋਂ ਵੱਡੀ ਲਾਈਨ ਖਿੱਚਣੀ ਪੈਣੀ ਹੈ। ਇਹ ਜੇ ਜਿੰਨੀ ਤਾਕਤ ਮੇਰੇ ਦਮਨਕਾਰੀ ਸਮਾਜ ਜਿਹੜਾ ਓਪਨੈਂਟ ਸਮਾਜ ਆ ਉਹਦੇ ਕੋਲ ਆ, ਤਾਂ ਜੇ ਤੁਸੀਂ ਇਹ ਬੁਰਾਈਆਂ ਨੂੰ ਖਤਮ ਕਰਨਾ ਤਾਂ ਤੁਹਾਨੂੰ ਉਹ ਤੋਂ ਵੱਡੀ ਤਾਕਤ ਬਣਾਉਣੀ ਪੈਣੀ ਆ। ਜਿਹੜੀ ਤਾਕਤ ਆ ਸਾਡੀ, ਉਹ ਸਾਡੀ ਗਿਆਨ ਦੇ ਵਿੱਚ ਹੈ। ਬਾਬਾ ਸਾਹਿਬ ਦੱਸ ਕੇ ਗਏ, ਮੈਂ ਨਹੀਂ ਕਹਿੰਦਾ। ਉਹਨਾਂ ਨੇ ਤਿੰਨੇ ਚੀਜ਼ਾਂ ਦੱਸੀਆਂ, ਪੜ੍ਹੋ ਜੁੜੋ, ਤੇ ਪੜ੍ਹੋ, ਸੰਘਰਸ਼ ਕਰੋ ਤੇ ਜੁੜੋ। ਇਹ ਤਿੰਨਾਂ ਦੇ ਵਿੱਚ ਤਾਕਤ ਆ। ਇਹ ਤਾਕਤ ਆਪਾਂ ਕਿੱਦਾਂ ਹਾਸਲ ਕਰਨੀ ਹੈ ਵੀਰ ਜੀ? ਮੈਂ ਨਹੀਂ ਕਹਿੰਦਾ, ਬਾਬਾ ਸਾਹਿਬ ਦੱਸ ਕੇ, ਗੁਰੂ ਰਵਿਦਾਸ ਜੀ ਦੱਸ ਗਏ, ਪਰਾਧੀਨਤਾ ਪਾਪ ਹੈ ਜਾਨ ਲੈ ਰੇ ਮੀਤ, ਉਹ ਵੀ ਦੱਸ ਗਏ ਆ ਵੀ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਅਸੀਂ ਉਹਨਾਂ ਦੀ ਗੱਲ ਮੰਨਣੀ ਆ, ਮੰਨਣੀ ਨਹੀਂ, ਉਹ ਆਪਣੇ ਜੀਵਨ ਦੇ ਵਿੱਚ ਅਪਣਾਉਣੀ ਆ। ਅਸੀਂ ਉਹ ਜੀਵਨ ਜੀਣਾ। ਉਹ ਮੈਂ ਇਹ ਨਹੀਂ ਕਹਿਣਾ ਮੈਂ ਅੰਬੇਦਕਰੀ ਆ, ਮੇਰੇ ਵਿਵਹਾਰ ਤੋਂ, ਮੇਰੇ ਜੀਵਨ ਤੋਂ ਪਤਾ ਚੱਲਣਾ ਚਾਹੀਦਾ। ਮੈਂ ਡਾਕਟਰ ਅੰਬੇਦਕਰੀ ਆ, ਮੈਂ ਗੁਰੂ ਰਵਿਦਾਸੀ ਆ, ਮੈਂ ਕਬੀਰ ਪੰਥੀ ਆ, ਮੈਂ ਬੋਧੀ ਆ। ਮੇਰੇ ਵਿਵਹਾਰ ਤੋਂ ਪਤਾ ਚੱਲਣਾ ਚਾਹੀਦਾ, ਨਾ ਕਿ ਮੇਰੇ ਨਾਅਰਿਆਂ ਤੋਂ ਪਤਾ ਚੱਲਣਾ ਚਾਹੀਦਾ। ਮੈਂ ਪਹਿਲਾਂ ਇਹ ਬੇਨਤੀ ਕੀਤੀ ਸੀ। ਇਸ ਕਰਕੇ ਮੇਰੇ ਸਾਰੇ ਸਮਾਜ ਨੂੰ ਇਹ ਬੇਨਤੀ ਆ, ਲਾਇਬ੍ਰੇਰੀਆਂ ਬਣਾ ਦਿਓ, ਕਿਤਾਬਾਂ ਪੜ੍ਹੋ, ਨਹੀਂ ਪੜ੍ਹਦੇ ਤਾਂ ਗੋਸ਼ਟੀਆਂ ਕਰੋ। ਜਿੱਦਾਂ ਗੁਰੂ ਰਵਿਦਾਸ ਜੀ ਗੋਸ਼ਟੀਆਂ ਕਰਦੇ ਸੀ, ਕਬੀਰ ਸਾਹਿਬ ਨਾਲ ਮਿਲ ਕੇ, ਆਪਣੇ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ, ਜਾਂ ਬਾਕੀ ਸਾਰਿਆਂ ਨਾਲ ਮਿਲ ਕੇ, ਇੱਦਾਂ ਹੀ ਗੋਸ਼ਟੀਆਂ ਕਰੋ। ਇਹ ਗਿਆਨ ਆ, ਇਹ ਲਾਈਟ ਆ। ਇੱਕ ਮੋਮਬੱਤੀ 1000 ਮੋਮਬੱਤੀ ਜਲਾ ਸਕਦੀ ਹੈ। ਬਿਲਕੁਲ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਦੋਸਤੋ, ਬੰਗੜ ਸਾਹਿਬ ਕਹਿੰਦੇ ਗਿਆਨ ਜਿਹੜਾ ਆ ਹਰੇਕ ਚੀਜ਼ ਦਾ ਹੱਲ ਆ। ਜੇ ਆਪਾਂ ਗਿਆਨਵਾਨ ਬਣੀਏ ਸਾਰੇ ਜਾਣੇ, ਔਰ ਹੋਰਨਾਂ ਨੂੰ ਗਿਆਨਵਾਨ ਕਰੀਏ, ਐਜੂਕੇਟ ਐਂਡ ਟੂ ਐਜੂਕੇਟ, ਇਹ ਪਾਲਿਸੀ ਲੈ ਕੇ ਚੱਲੀਏ ਔਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਿਸ਼ਨ ਨੂੰ ਸਫਲਾ ਕਰੀਏ। ਆਪ ਸਭ ਨੇ ਅੱਜ ਪ੍ਰੋਗਰਾਮ ਨੂੰ ਸਰਵਣ ਕੀਤਾ, ਦੇਖਿਆ, ਤੇ ਬੰਗੜ ਸਾਹਿਬ ਤੁਹਾਡਾ ਵੀ ਧੰਨਵਾਦ, ਤੇ ਦੋਸਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਨਵਦੀਪ ਜੀ ਤੁਹਾਡਾ ਧੰਨਵਾਦ, ਵਿਜੇ ਚਾਵਣ ਜੀ ਧੰਨਵਾਦ, ਤੇ ਇੱਕ ਵਾਰ ਫਿਰ ਅਸੀਂ ਭਾਰਤ ਰਤਨ ਨਿਊਜ਼ ਚੈਨਲ ਦੇ ਧੰਨਵਾਦੀ ਹਾਂ, ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਧੰਨਵਾਦ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ।